ਪਿਆਰੇ ਬੱਚਿਓ, 10ਵੀਂ ਕਲਾਸ ਦੀ ਸਮਾਜ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ 7 ਸਤੰਬਰ 2020 ਦੀ ਡਿਸਕਸ ਕਰਨ ਜਾ ਰਹੇ ਹਾਂ ਆਪਾਂ। ਟੌਪਿਕ ਹੈ ਆਪਣਾ ਭਾਰਤੀ ਅਰਥ ਵਿਵਸਥਾ ਦੀ ਆਧਾਰਿਕ ਸੰਰਚਨਾ। ਸਰਵਜਨਕ ਵਿਤਰਣ ਪ੍ਰਣਾਲੀ ਬਾਰੇ ਆ। ਸਰਵਜਨਕ ਵਿਤਰਣ ਪ੍ਰਣਾਲੀ ਦੁਆਰਾ ਸਰਕਾਰ ਦੇਸ਼ ਦੀ ਜਨਤਾ, ਖਾਸ ਤੌਰ 'ਤੇ ਗਰੀਬ ਵਰਗ ਨੂੰ ਉਚਿਤ ਕੀਮਤਾਂ ਦੀਆਂ ਦੁਕਾਨਾਂ ਰਾਹੀਂ ਜੀਵਨ ਦੀਆਂ ਜ਼ਰੂਰੀ ਵਸਤੂਆਂ ਜਿਵੇਂ ਅਨਾਜ, ਚੀਨੀ, ਮਿੱਟੀ ਦਾ ਤੇਲ, ਮੋਟੇ ਕੱਪੜੇ ਆਦਿ ਦਾ ਵਿਤਰਣ ਕਰਦੀ ਹੈ। ਕੀ ਲੋੜ ਹੈ ਇਸ ਦੀ? ਸਰਵਜਨਕ ਵਿਤਰਣ ਪ੍ਰਣਾਲੀ ਦੀ ਲੋੜ ਇਸ ਲਈ ਹੈ ਕਿਉਂਕਿ ਮੰਗ ਅਤੇ ਪੂਰਤੀ ਦੀਆਂ ਬਾਜ਼ਾਰ ਸ਼ਕਤੀਆਂ ਜੀਵਨ ਦੀਆਂ ਜ਼ਰੂਰੀ ਵਸਤੂਆਂ ਜਿਵੇਂ ਅਨਾਜ, ਮਿੱਟੀ ਦਾ ਤੇਲ, ਮੋਟੇ ਕੱਪੜੇ ਆਦਿ ਦਾ ਸਮਾਜਿਕ ਦ੍ਰਿਸ਼ਟੀ ਤੋਂ ਉਚਿਤ ਵਿਤਰਣ ਨਹੀਂ ਕਰ ਸਕੀਆਂ। ਇਸ ਲਈ ਪੂਰਤੀ ਅਤੇ ਮੰਗ ਨੂੰ ਪ੍ਰਭਾਵਿਤ ਕਰਨ ਵਾਲੀਆਂ ਸ਼ਕਤੀਆਂ ਅੱਗੇ ਲਿਖੇ ਕਾਰਨਾਂ ਲਈ ਜ਼ਿੰਮੇਵਾਰ ਹਨ। ਬੱਚਿਓ, ਮੰਗ ਅਤੇ ਪੂਰਤੀ ਦੇ ਬਾਰੇ ਸਾਨੂੰ ਕਲੀਅਰ ਹੋਣਾ ਚਾਹੀਦਾ ਵੀ ਕੀ ਹੁੰਦਾ ਆ। ਮੰਗ ਉਹ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਆ, ਜਿਹਦੀ ਅਸੀਂ ਵਰਤੋਂ ਕਰਨੀ ਆ, ਉਹ ਸਾਡੀ ਮੰਗ ਹੈ। ਪੂਰਤੀ ਬਾਜ਼ਾਰ ਦੇ ਵਿੱਚ ਉਹ ਚੀਜ਼ਾਂ ਕਿੰਨੀਆਂ ਕੁ ਅਵੇਲੇਬਲ ਹੈਗੀਆਂ, ਉਹ ਉਸ ਦੀ ਪੂਰਤੀ ਆ। ਯਾਨੀ ਉਹਨਾਂ ਚੀਜ਼ਾਂ ਦਾ ਉਤਪਾਦਨ ਉਦਯੋਗਾਂ ਦੇ ਵਿੱਚ ਕਿਸ ਮਾਤਰਾ ਵਿੱਚ ਹੋ ਰਿਹਾ ਹੈ, ਉਸ ਨੂੰ ਅਸੀਂ ਪੂਰਤੀ ਕਹਿੰਦੇ ਹਾਂ। ਪਹਿਲਾ ਕਾਰਨ ਹੈ ਘੱਟ ਉਤਪਾਦਨ। ਭਾਰਤ ਵਿੱਚ ਜੀਵਨ ਦੀਆਂ ਜ਼ਰੂਰੀ ਵਸਤੂਆਂ ਦੀ ਪੂਰਤੀ 3 ਕਾਰਨਾਂ ਕਰਕੇ ਮੰਗ ਦੀ ਤੁਲਨਾ ਵਿੱਚ ਘੱਟ ਹੈ, ਜਿਵੇਂ ਘੱਟ ਉਤਪਾਦਨ ਦੇ ਭੰਡਾਰਾਂ ਅਤੇ ਵਿਕਰੀ ਦੀਆਂ ਸਹੂਲਤਾਂ ਦੀ ਘਾਟ, ਜਮ੍ਹਾਖੋਰੀ। ਪਹਿਲਾ ਕਾਰਨ ਹੈ ਵੀ ਉਤਪਾਦਨ ਹੀ ਘੱਟ ਹੈ, ਪੈਦਾ ਘੱਟ ਹੋ ਰਹੀਆਂ ਚੀਜ਼ਾਂ, ਤਿਆਰ ਚੀਜ਼ਾਂ ਉਹ ਘੱਟ ਹੋ ਰਹੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਆ। ਦੂਸਰੀ ਗੱਲ ਉਹਦੇ ਵਿੱਚ ਹੈਗੀ ਆ ਵੀ ਉਹ ਵਿਕਰੀ ਦੀਆਂ ਸਹੂਲਤਾਂ ਦੀ ਘਾਟ ਹੈ। ਲੋਕਾਂ ਕੋਲ ਚੀਜ਼ਾਂ ਪਈਆਂ ਰਹਿੰਦੀਆਂ, ਉਹ ਸਾਰੇ ਲੋਕਾਂ ਤੱਕ ਵੇਚਣ ਲਈ ਨਹੀਂ ਪਹੁੰਚ ਪਾਉਂਦੀਆਂ। ਜਮ੍ਹਾਖੋਰੀ ਆ। ਜਮ੍ਹਾਖੋਰੀ ਮਤਲਬ ਲੋਕ ਇਹ ਦੇਖ ਲੈਂਦੇ ਵੀ ਆਉਣ ਵਾਲੇ ਸਮੇਂ ਵਿੱਚ ਕਿਸੇ ਚੀਜ਼ ਦੀ ਕੀਮਤ ਵਧਣ ਵਾਲੀ ਹੈ ਅਤੇ ਉਹਨੂੰ ਇਕੱਠਾ ਕਰ ਲੈਂਦੇ ਆ। ਜਿਵੇਂ ਪਿੱਛੇ ਪਿਆਜ਼ ਦੇ ਬਾਰੇ ਆਪਾਂ ਦੇਖਿਆ ਸੀ, 200 ਰੁਪਏ ਕਿਲੋ ਤੱਕ ਵਿਕਿਆ ਸੀ। ਤਾਂ ਐਸੀ ਸਥਿਤੀ ਦੇ ਵਿੱਚ ਲੋਕ ਕੀ ਕਰਦੇ ਆ, ਸਟੋਰ ਦੇ ਵਿੱਚ ਆਪਣਾ ਸਾਰਾ ਸਮਾਨ ਇਕੱਠਾ ਕਰਕੇ ਰੱਖ ਲੈਂਦੇ ਆ, ਤਾਂ ਕਿ ਕਿਉਂਕਿ ਜੋ ਬਾਜ਼ਾਰ ਦੇ ਵਿੱਚ ਚੀਜ਼ਾਂ ਘੱਟ ਹੋਣਗੀਆਂ ਤਾਂ ਉਹਦਾ ਰੇਟ ਵੱਧਦਾ ਜਾਊਗਾ, ਅਤੇ ਜਦੋਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਫਿਰ ਉਹ ਵੇਚਣ ਲੱਗਦੇ ਆ। ਇਸ ਨੂੰ ਜਮ੍ਹਾਖੋਰੀ ਕਹਿੰਦੇ ਆ। ਦੂਸਰਾ ਕਾਰਨ ਹੈ ਗਰੀਬੀ। ਭਾਰਤ ਵਿੱਚ ਜ਼ਿਆਦਾਤਰ ਉਪਭੋਗਤਾਵਾਂ ਦੇ ਗਰੀਬ ਹੋਣ ਕਰਕੇ ਉਹਨਾਂ ਰਾਹੀਂ ਜਾਰੀ ਕੀਮਤਾਂ 'ਤੇ ਜ਼ਰੂਰੀ ਵਸਤੂਆਂ ਖਰੀਦਣ ਦੀ ਸੰਭਾਵਨਾ ਘੱਟ ਰਹਿੰਦੀ ਹੈ। ਇਸ ਦੇ ਸਿੱਟੇ ਵਜੋਂ ਭੁੱਖਮਰੀ, ਕੁਪੋਸ਼ਣ ਆਦਿ ਜਿਹੀਆਂ ਬੁਰਾਈਆਂ ਪੈਦਾ ਹੁੰਦੀਆਂ ਹਨ। ਗਰੀਬੀ ਵੀ ਬਹੁਤ ਵੱਡੀ ਸਮੱਸਿਆ ਹੈ ਸਾਡੇ ਦੇਸ਼ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕ ਸਾਡੇ ਦੇਸ਼ 'ਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਆ। ਉਹਨਾਂ ਨੂੰ ਸਹੂਲਤਾਂ ਇਸ ਕਰਕੇ ਨਹੀਂ ਮਿਲ ਪਾਉਂਦੀਆਂ ਕਿਉਂਕਿ ਉਹ ਪੈਸੇ ਖਰਚਣ ਦੇ ਕਾਬਲ ਨਹੀਂ ਹੁੰਦੇ। ਸਰਵਜਨਕ ਵਿਤਰਣ ਪ੍ਰਣਾਲੀ ਦੇ ਅੰਗ ਕਿਹੜੇ ਹਨ? ਭਾਰਤ ਵਿੱਚ ਸਰਵਜਨਕ ਵਿਤਰਣ ਪ੍ਰਣਾਲੀ ਦੇ 3 ਮੁੱਖ ਅੰਗ ਹਨ। ਨਿਊਨਤਮ ਕੀਮਤਾਂ 'ਤੇ ਵਸੂਲੀ। ਭਾਰਤ ਸਰਕਾਰ ਖੇਤੀ ਕੀਮਤ ਅਤੇ ਲਾਗਤ ਆਯੋਗ ਦੀਆਂ ਸਿਫਾਰਸ਼ਾਂ 'ਤੇ ਕਣਕ, ਚਾਵਲ, ਛੋਲੇ ਆਦਿ ਦੀਆਂ ਘੱਟੋ ਘੱਟ ਕੀਮਤਾਂ ਦਾ ਨਿਰਧਾਰਨ ਕਰਦੀ ਹੈ। ਜੇਕਰ ਬਾਜ਼ਾਰ ਕੀਮਤ ਇਸ ਤੋਂ ਘੱਟ ਹੋ ਜਾਂਦੀ ਹੈ ਤਾਂ ਸਰਕਾਰ ਕਿਸਾਨਾਂ ਦੇ ਉਤਪਾਦਨ ਨੂੰ ਨਿਰਧਾਰਿਤ ਕੀਮਤਾਂ 'ਤੇ ਖੁਦ ਖਰੀਦ ਲੈਂਦੀ ਹੈ। ਆਪਾਂ ਦੇਖਦੇ ਹਾਂ ਵੀ ਕਣਕ ਦਾ ਜਾਂ ਝੋਨੇ ਦਾ ਮੁੱਲ ਜਿਹੜਾ ਸਰਕਾਰ ਪਹਿਲਾਂ ਹੀ ਕੱਢ ਦਿੰਦੀ ਵੀ ਇੰਨੇ ਰੇਟ 'ਤੇ ਘੱਟ ਕੋਈ ਵੀ ਨਹੀਂ ਲਵੇਗਾ, ਪਰ ਜੇ ਫਿਰ ਵੀ ਬਾਜ਼ਾਰ ਦੇ ਵਿੱਚ ਉਸ ਦੀ ਕੀਮਤ ਘੱਟ ਜਾਂਦੀ ਹੈ ਤਾਂ ਮੰਨ ਲਓ ਤਾਂ ਸਰਕਾਰ ਆਪ ਖਰੀਦ ਕੇ ਜਿਹੜਾ ਵੀ ਰੇਟ ਉਹਨਾਂ ਨੇ ਕੱਢਿਆ ਹੁੰਦਾ ਆਪਣੇ ਕੋਲ ਸਟਾਕ ਦੇ ਵਿੱਚ ਜਮ੍ਹਾਂ ਕਰ ਲੈਂਦੀ ਹੈ। ਉਸ ਨੂੰ ਅਸੀਂ ਨਿਊਨਤਮ ਕੀਮਤਾਂ 'ਤੇ ਵਸੂਲੀ ਕਹਿੰਦੇ ਹਾਂ। ਇਸ ਕਿਰਿਆ ਨੂੰ ਹੀ ਅਨਾਜ ਦੀ ਵਸੂਲੀ ਕਿਹਾ ਜਾਂਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਕਿਸਾਨ ਨੂੰ ਆਪਣੇ ਉਤਪਾਦਨ ਦੀਆਂ ਕੀਮਤਾਂ ਬਾਰੇ ਪੂਰਨ ਵਿਸ਼ਵਾਸ ਰਹਿੰਦਾ ਹੈ ਅਤੇ ਕੀਮਤਾਂ ਦੇ ਘੱਟ ਹੋਣ ਦੇ ਡਰ ਨਾਲ ਉਹ ਉਤਪਾਦਨ ਘੱਟ ਨਹੀਂ ਕਰਦਾ। ਦੂਸਰਾ, ਬਫਰ ਸਟਾਕ। ਸਰਵਜਨਿਕ ਵਿਤਰਣ ਪ੍ਰਣਾਲੀ ਦਾ ਦੂਜਾ ਢੰਗ ਸਰਕਾਰ ਦੁਆਰਾ ਅਨਾਜ, ਚੀਨੀ ਅਤੇ ਲੋੜੀਂਦੀਆਂ ਵਸਤੂਆਂ ਦਾ ਸਟਾਕ ਰੱਖਣਾ ਹੈ। ਇਸ ਸਟਾਕ ਨੂੰ ਬਫਰ ਸਟਾਕ ਕਿਹਾ ਜਾਂਦਾ ਹੈ। ਇਸ ਸਟਾਕ ਦੇ ਸੁਰੱਖਿਅਤ ਭੰਡਾਰਾਂ ਲਈ ਗੋਦਾਮ ਆਦਿ ਦੀ ਕਾਫੀ ਵਿਵਸਥਾ ਕੀਤੀ ਗਈ ਹੈ। ਜਦੋਂ ਅਨਾਜ ਦੀ ਕਮੀ ਹੁੰਦੀ ਹੈ ਤਾਂ ਸਰਕਾਰ ਇਸ ਬਫਰ ਸਟਾਕ ਨਾਲ ਅਨਾਜ ਦੀ ਪੂਰਤੀ ਕਰਕੇ ਕੀਮਤਾਂ ਨੂੰ ਵਧਣ ਤੋਂ ਰੋਕਦੀ ਹੈ। ਤਾਂ ਬਫਰ ਸਟਾਕ ਕੀ ਹੈ? ਆਪਾਂ ਦੇਖਦੇ ਹਾਂ ਕਣਕ, ਚੌਲ ਜਾਂ ਹੋਰ ਵਸਤੂਆਂ ਨੂੰ ਸਰਕਾਰ ਜਿਹੜੀ ਆ ਖਰੀਦ ਕੇ ਇਕੱਠਾ ਕਰਕੇ ਰੱਖ ਲੈਂਦੀ ਹੈ, ਆਪਣੇ ਸਟਾਕ 'ਚ ਰੱਖ ਲੈਂਦੀ ਹੈ। ਜਿਵੇਂ ਸਰਕਾਰ ਦੇ ਗੋਦਾਮ ਹੁੰਦੇ ਆ, ਜਿਵੇਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਇੱਕ ਸੰਸਥਾ ਹੈ ਸਰਕਾਰ ਦੀ ਜਿਹੜਾ ਸਾਰਾ ਕੁਛ ਮੇਨਟੇਨ ਕਰਦੀ ਹੈ। ਅਤੇ ਜਦੋਂ ਲੋੜ ਪੈਂਦੀ ਹੈ, ਮੰਨ ਲਓ
ਕਿਸੇ ਚੀਜ਼ ਦੀ ਕਮੀ ਹੋ ਜਾਂਦੀ ਹੈ ਤਾਂ ਸਰਕਾਰ ਇਹਨਾਂ ਨੂੰ ਮਾਰਕੀਟ ਦੇ ਵਿੱਚ ਜਿੰਨਾ ਵੀ ਮਾਲ ਇਕੱਠਾ ਕੀਤਾ ਹੁੰਦਾ ਮਾਰਕੀਟ 'ਚ ਲੈ ਆਉਂਦੀ ਹੈ ਤਾਂ ਕਿ ਕੀਮਤਾਂ ਨਾ ਵਧਣ। ਤੀਸਰੀ ਚੀਜ਼ ਹੈ ਉਚਿਤ ਮੁੱਲ ਦੁਕਾਨਾਂ। ਸਰਕਾਰ ਨੇ ਜ਼ਰੂਰੀ ਵਸਤੂਆਂ ਦਾ ਘੱਟ ਕੀਮਤਾਂ 'ਤੇ ਰਾਸ਼ਨ ਕਾਰਡ ਦੁਆਰਾ ਵਿਤਰਨ ਲਈ ਲਗਭਗ 5 ਲੱਖ ਉਚਿਤ ਕੀਮਤਾਂ ਦੀਆਂ ਦੁਕਾਨਾਂ ਖੋਲ੍ਹੀਆਂ ਹਨ। ਇਹਨਾਂ ਦੁਕਾਨਾਂ 'ਤੇ ਸਰਕਾਰ ਰਾਹੀਂ ਨਿਰਧਾਰਿਤ ਰਿਆਇਤੀ ਕੀਮਤਾਂ 'ਤੇ ਜਨਤਾ ਨੂੰ ਮਿਲਣ ਵਾਲੇ ਸਮਾਨ ਦਾ ਕੋਟਾ ਨਿਰਧਾਰਿਤ ਕਰ ਦਿੱਤਾ ਗਿਆ ਹੈ। 1996-97 ਵਿੱਚ 190 ਲੱਖ ਟਨ ਅਨਾਜ ਇਹਨਾਂ ਦੁਕਾਨਾਂ ਰਾਹੀਂ ਵਿਤਰਨ ਕੀਤਾ ਗਿਆ ਸੀ। ਇਹਨਾਂ ਦੁਕਾਨਾਂ ਰਾਹੀਂ ਅਨਾਜ ਦੇ ਇਲਾਵਾ ਚੀਨੀ, ਮਿੱਟੀ ਦਾ ਤੇਲ, ਕੋਲਾ ਅਤੇ ਮੋਟੇ ਕੱਪੜੇ ਦਾ ਵਿਤਰਨ ਵੀ ਕੀਤਾ ਜਾਂਦਾ ਹੈ। ਆਪਾਂ ਦੇਖਦੇ ਹਾਂ ਬੱਚਿਓ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਕਾਰਡ ਬਣੇ ਆ, ਜਿਵੇਂ ਪਿੱਛੇ ਆਪਾਂ ਦੇਖਦੇ ਹਾਂ 2 ਰੁਪਏ ਕਿਲੋ ਕਣਕ, 4 ਰੁਪਏ ਕਿਲੋ ਦਾਲ, ਇਸ ਤਰ੍ਹਾਂ ਕਰਕੇ ਜਿਹੜਾ ਸਰਕਾਰ ਦੀ ਸਕੀਮ ਸੀ। ਜਾਂ ਚੀਨੀ ਅਤੇ ਮਿੱਟੀ ਦਾ ਤੇਲ ਵੀ ਜਿਹੜਾ ਆ ਸਰਕਾਰੀ ਡੀਪੂਆਂ ਦੇ ਵਿੱਚ ਘੱਟ ਰੇਟ 'ਤੇ ਸਾਨੂੰ ਮਿਲਦਾ ਹੈ, ਉਹਨੂੰ ਅਸੀਂ ਉਚਿਤ ਮੁੱਲ ਦੀਆਂ ਦੁਕਾਨਾਂ ਕਹਿੰਦੇ ਹਾਂ। ਇਹ ਸਾਰਾ ਸਮਾਨ ਰਾਸ਼ਨ ਕਾਰਡ 'ਤੇ ਮਿਲਦਾ ਹੈ। ਹਰੇਕ ਉਚਿਤ ਦਰ ਦੁਕਾਨ 2000 ਤੱਕ ਜਨਸੰਖਿਆ ਦੀ ਸੇਵਾ ਲਈ ਹੁੰਦੀ ਹੈ। ਪਹਾੜੀ ਅਤੇ ਸੁੱਕੇ ਖੇਤਰਾਂ ਦੀ ਆਬਾਦੀ ਵਾਸਤੇ ਚਾਹ, ਸਾਬਣ, ਦਾਲਾਂ ਅਤੇ ਆਇਓਡਾਈਜ਼ਡ ਨਮਕ ਵਰਗੀਆਂ ਵਸਤੂਆਂ ਦਾ ਵਿਤਰਨ ਕਰਨ ਲਈ ਇੱਕ ਨਵੀਂ ਸਕੀਮ ਚਾਲੂ ਕੀਤੀ ਗਈ ਹੈ। ਇਸ ਨੂੰ ਸੰਸ਼ੋਧਿਤ ਸਰਵਜਨਕ ਵਿਤਰਨ ਪ੍ਰਣਾਲੀ ਕਿਹਾ ਜਾਂਦਾ ਹੈ। ਇਸ ਪ੍ਰਣਾਲੀ ਦੇ ਅਧੀਨ ਭਾਰਤੀ ਖਾਦ ਨਿਗਮ ਦੁਆਰਾ ਭਿੰਨ-ਭਿੰਨ ਰਾਜਾਂ ਅਤੇ ਕੇਂਦਰ ਅਧੀਨ ਦੇਸ਼ਾਂ ਨੂੰ ਵਿਸ਼ੇਸ਼ ਰਿਆਇਤੀ ਦਰਾਂ 'ਤੇ ਅਨਾਜ ਦੀ ਪੂਰਤੀ ਕੀਤੀ ਜਾਂਦੀ ਹੈ। ਸੋ ਇਹ ਸੀ ਸਾਡਾ ਅੱਜ ਦਾ ਜਿਹੜਾ ਡੇਲੀ ਅਸਾਈਨਮੈਂਟ। ਇਹਦੇ ਨਾਲ ਰਿਲੇਟਡ ਕੁਐਸਚਨ ਹੈਗੇ ਆ। ਸਰਵਜਨਕ ਵਿਤਰਨ ਪ੍ਰਣਾਲੀ ਤੋਂ ਕੀ ਭਾਵ ਹੈ? ਸਰਵਜਨਕ ਵਿਤਰਨ ਪ੍ਰਣਾਲੀ ਦੁਆਰਾ ਸਰਕਾਰ ਦੇਸ਼ ਦੀ ਜਨਤਾ, ਖਾਸ ਤੌਰ 'ਤੇ ਗਰੀਬ ਵਰਗ ਨੂੰ ਉਚਿਤ ਕੀਮਤਾਂ ਦੀਆਂ ਦੁਕਾਨਾਂ ਰਾਹੀਂ ਜੀਵਨ ਦੀਆਂ ਜ਼ਰੂਰੀ ਵਸਤੂਆਂ ਜਿਵੇਂ ਅਨਾਜ, ਚੀਨੀ, ਮਿੱਟੀ ਦਾ ਤੇਲ, ਮੋਟੇ ਕੱਪੜੇ ਆਦਿ ਦਾ ਵਿਤਰਨ ਕਰਦੀ ਹੈ। ਤਾਂ ਸਰਵਜਨਕ ਵਿਤਰਨ ਪ੍ਰਣਾਲੀ ਕੀ ਆ? ਜਿਹੜੇ ਲੋਕ ਗਰੀਬ ਹੈ, ਜਿਨ੍ਹਾਂ ਦੇ ਕੋਲ ਪੈਸਾ ਨਹੀਂ ਹੈਗਾ, ਉਹ ਜੀਵਤ ਰਹਿ ਸਕਣ, ਇਸ ਲਈ ਸਰਕਾਰ ਨੇ ਉਹਨਾਂ ਨੂੰ ਰੋਟੀ, ਕੱਪੜਾ, ਮਕਾਨ ਦੀਆਂ ਸਹੂਲਤਾਂ ਘੱਟ ਰੇਟ 'ਤੇ ਦਿੱਤੀਆਂ ਤਾਂ ਕਿ ਉਹ ਆਪਣਾ ਗੁਜ਼ਾਰਾ ਕਰ ਸਕਣ। ਸਰਵਜਨਕ ਵਿਤਰਨ ਪ੍ਰਣਾਲੀ ਦੀ ਲੋੜ ਕਿਉਂ ਮਹਿਸੂਸ ਹੋਈ? ਸਰਵਜਨਕ ਵਿਤਰਨ ਪ੍ਰਣਾਲੀ ਦੀ ਲੋੜ ਇਸ ਲਈ ਹੈ ਕਿਉਂਕਿ ਮੰਗ ਅਤੇ ਪੂਰਤੀ ਦੀਆਂ ਬਾਜ਼ਾਰ ਸ਼ਕਤੀਆਂ ਜੀਵਨ ਦੀਆਂ ਜ਼ਰੂਰੀ ਵਸਤੂਆਂ ਜਿਵੇਂ ਅਨਾਜ, ਮਿੱਟੀ ਦਾ ਤੇਲ, ਮੋਟੇ ਕੱਪੜੇ ਆਦਿ ਦਾ ਸਮਾਜਿਕ ਦ੍ਰਿਸ਼ਟੀ ਤੋਂ ਉਚਿਤ ਵਿਤਰਨ ਨਹੀਂ ਕਰ ਸਕੀਆਂ। ਤੀਸਰਾ ਪ੍ਰਸ਼ਨ ਹੈ, ਜੇਕਰ ਬਾਜ਼ਾਰ ਕੀਮਤ ਘੱਟੋ ਘੱਟ ਨਿਰਧਾਰਿਤ ਕੀਮਤ ਤੋਂ ਘੱਟ ਹੋ ਜਾਂਦੀ ਹੈ ਤਾਂ ਸਰਕਾਰ ਕੀ ਕਦਮ ਚੁੱਕਦੀ ਹੈ? ਜਿਵੇਂ ਕਿ ਆਪਾਂ ਪਹਿਲਾਂ ਵੀ ਪੜ੍ਹਿਆ ਆ ਵੀ ਜੇ ਕੀਮਤ ਨਿਰਧਾਰਿਤ ਕੀਮਤ ਤੋਂ ਘੱਟ ਹੋ ਜਾਂਦੀ ਹੈ ਤਾਂ ਸਰਕਾਰ ਆਪ ਖਰੀਦ ਕੇ ਉਸ ਨੂੰ ਜਿਹੜਾ ਕੀਮਤਾਂ ਦੇ ਘਟਣ ਤੋਂ ਰੋਕਦੀ ਹੈ। ਉਸ ਨੂੰ ਅਸੀਂ ਅਨਾਜ ਦੀ ਵਸੂਲੀ ਵੀ ਕਹਿੰਦੇ ਹਾਂ। ਜਦੋਂ ਦੇਸ਼ ਵਿੱਚ ਅਨਾਜ ਦੀ ਕਮੀ ਹੋ ਜਾਂਦੀ ਹੈ ਤਾਂ ਸਰਕਾਰ ਕੀ ਕਰਦੀ ਹੈ? ਜਦੋਂ ਦੇਸ਼ ਵਿੱਚ ਅਨਾਜ ਦੀ ਕਮੀ ਹੋ ਜਾਂਦੀ ਹੈ ਤਾਂ ਸਰਕਾਰ ਇਸ ਦਾ ਬਫਰ ਸਟਾਕ ਦੇ ਅਨਾਜ ਵਿੱਚੋਂ ਪੂਰਤੀ ਕਰਕੇ ਕੀਮਤਾਂ ਨੂੰ ਵਧਣ ਤੋਂ ਰੋਕਦੀ ਹੈ। ਤਾਂ ਬਫਰ ਸਟਾਕ ਦੇ ਵਿੱਚ ਸਰਕਾਰ ਨੇ ਜੋ ਸਮਾਨ ਇਕੱਠਾ ਕੀਤਾ ਹੁੰਦਾ ਹੈ ਉਹਨੂੰ ਫਿਰ ਬਾਜ਼ਾਰ ਦੇ ਵਿੱਚ ਵੇਚਣ ਨੂੰ ਲੈ ਆਉਂਦੀ ਹੈ ਤਾਂ ਕਿ ਕੀਮਤਾਂ ਨਾ ਵਧਣ। ਪੰਜਵਾਂ ਅਤੇ ਕੁਐਸਚਨ, ਸਰਕਾਰ ਨੇ ਲਗਭਗ ਕਿੰਨੀਆਂ ਉਚਿਤ ਮੁੱਲ ਦੀਆਂ ਦੁਕਾਨਾਂ ਖੋਲ੍ਹੀਆਂ ਹਨ? ਸਰਕਾਰ ਨੇ ਜ਼ਰੂਰੀ ਵਸਤੂਆਂ ਦਾ ਘੱਟ ਕੀਮਤਾਂ 'ਤੇ ਰਾਸ਼ਨ ਕਾਰਡ ਦੁਆਰਾ ਵਿਤਰਨ ਕਰਨ ਲਈ ਲਗਭਗ 5 ਲੱਖ ਉਚਿਤ ਕੀਮਤਾਂ ਦੀਆਂ ਦੁਕਾਨਾਂ ਖੋਲ੍ਹੀਆਂ ਹਨ। ਤਾਂ ਸੋ ਬੱਚਿਓ ਅੱਜ ਦਾ ਰੋਜ਼ਾਨਾ ਅਸਾਈਨਮੈਂਟ ਸਮਾਜਿਕ ਸਿੱਖਿਆ ਦਾ 10ਵੀਂ ਕਲਾਸ ਦਾ ਸੀਗਾ ਆਪਣਾ। ਇਸੇ ਤਰ੍ਹਾਂ ਰੋਜ਼ ਸਮਾਜਿਕ ਸਿੱਖਿਆ ਦੇ ਅਸਾਈਨਮੈਂਟ ਆਉਂਦੇ ਆ, ਤੁਸੀਂ ਆਪਣੀ ਕਾਪੀ 'ਤੇ ਇਹਨਾਂ ਨੂੰ ਨੋਟ ਕਰ ਲਿਆ ਕਰੋ। ਆਉਣ ਵਾਲੇ ਸਮੇਂ 'ਚ ਤੁਹਾਡੇ ਲਈ ਬਹੁਤ ਉਪਯੋਗੀ ਹੋਣਗੇ। ਧੰਨਵਾਦ।